ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ। ਅੱਜ ਆਪਾਂ ਮੇਰੇ ਲਿਖੇ ਪੰਜਾਬੀ ਨਾਵਲ ਇੰਨਾ ਨਾ ਰਵਾਇਆ ਕਰਦਾ ਪੰਜਵਾਂ ਭਾਗ ਸੁਣਾਂਗੇ। ਚੌਥੇ ਦੇ ਵਿੱਚ ਅਸੀਂ ਐਂਡ ਤੇ ਸੁਣਿਆ ਸੀ ਕਿ ਲਾਲੀ 5ਵੀਂ ਕਲਾਸ ਕਰਕੇ 5ਵੀਂ ਦੇ ਪੇਪਰ ਦੇ ਕੇ ਆਪਣੇ ਘਰ ਵਾਪਸ ਸੰਗਰੀਏ ਚਲੀ ਗਈ। ਹੁਣ ਇਸ ਤੋਂ ਅੱਗੇ ਨਾਵਲ ਸੁਣਦੇ ਹਾਂ ਆਪਾਂ। ਦਿਨ ਛਿਪਦੇ ਦੇ ਨਾਲ ਹੀ ਲਾਲੀ ਹੋਰੀ ਘਰ ਪਹੁੰਚ ਗਏ ਸਨ। ਮਾਂ ਆਪਣੀ ਧੀ ਨੂੰ ਜੱਫੀ ਪਾ ਕੇ ਮਿਲੀ ਅਤੇ ਘੁੱਟ ਕੇ ਛਾਤੀ ਨਾਲ ਲਾਇਆ ਸੀ। ਘਰ ਵਿੱਚ ਹੋਰ ਤਾਂ ਕੋਈ ਹੈ ਨਹੀਂ ਸੀ। ਲਾਲੀ ਦਾਦੀ ਵਾਲੇ ਕਮਰੇ ਵਿੱਚ ਜਾ ਕੇ ਦਾਦੀ ਨੂੰ ਮਿਲ ਆਈ ਸੀ। ਲਾਲੀ ਆਪਣੇ ਮਾਂ-ਬਾਪ ਦੀ ਇਕੱਲੀ ਧੀ ਸੀ। ਉਸਦਾ ਹੋਰ ਕੋਈ ਭੈਣ ਭਰਾ ਨਹੀਂ ਸੀ। ਲਾਲੀ ਦੇ ਜਨਮ ਤੋਂ ਬਾਅਦ ਅਜੈਬ ਸਿੰਘ ਨੇ ਇੱਕ ਹੋਰ ਬੱਚਾ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਸਨੇ ਆਪਣੀ ਪਤਨੀ ਨੂੰ ਕਈ ਥਾਵਾਂ ਤੋਂ ਡਾਕਟਰਾਂ ਨੂੰ ਦਿਖਾਇਆ ਅਤੇ ਹਰ ਤਰ੍ਹਾਂ ਦੇ ਚੈੱਕਅਪ ਕਰਾਏ ਸਨ। ਅੰਗਰੇਜ਼ੀ, ਦੇਸੀ ਤੇ ਹੋਮਿਓਪੈਥੀ ਹਰ ਤਰ੍ਹਾਂ ਦੀ ਦਵਾਈ ਖਵਾਈ ਸੀ। ਸਾਧੂ ਸੰਤਾਂ ਕੋਲੇ ਵੀ ਬਹੁਤ ਗੇੜੇ ਮਾਰੇ ਸਨ। ਗੁਰੂ ਸਥਾਨਾਂ ਉੱਤੇ ਜਾ ਕੇ ਵੀ ਅਰਦਾਸਾਂ ਕਰਾਈਆਂ ਸਨ, ਪਰ ਉਸ ਦੀ ਝੋਲੀ ਵਿੱਚ ਕਿਤੋਂ ਵੀ ਇੱਕ ਹੋਰ ਬੱਚਾ ਪੈਣ ਦੀ ਖੈਰ ਨਾ ਬੱਚੇ ਦੀ ਖੈਰ ਨਾ ਪਈ। ਆਖਰ ਉਸਨੇ ਸੋਚ ਲਿਆ ਸੀ ਕਿ ਜੇ ਗੁਰੂ ਘਰ ਵਿੱਚੋਂ ਹੀ ਉਸਨੂੰ ਹੋਰ ਔਲਾਦ ਨਹੀਂ ਮਿਲੀ ਤਾਂ ਹੋਰ ਕਿਤੋਂ ਵੀ ਨਹੀਂ ਮਿਲ ਸਕਦੀ। ਉਸਨੇ ਰੱਬ ਦਾ ਭਾਣਾ ਮੰਨ ਲਿਆ ਅਤੇ ਆਪਣਾ ਸਾਰਾ ਧਿਆਨ ਲਾਲੀ ਦੀ ਪਰਵਰਿਸ਼ ਉੱਤੇ ਲਾ ਦਿੱਤਾ। ਲਾਲੀ ਦਾ ਜਨਮ 1966 ਵਿੱਚ ਹੋਇਆ ਸੀ ਅਤੇ 1980 ਦੇ ਵਿੱਚ ਉਸਨੇ 5ਵੀਂ ਕਰ ਲਈ ਸੀ। ਲਾਲੀ ਦਾ ਜਨਮ 1966 ਵਿੱਚ ਹੋਇਆ ਸੀ ਅਤੇ 1980 ਵਿੱਚ ਉਸਨੇ 5ਵੀਂ ਕਰ ਲਈ ਸੀ ਅਤੇ 5ਵੀਂ ਵਿੱਚ ਪੜ੍ਹਦਿਆਂ ਹੀ ਉਹ 14 ਸਾਲ ਦੀ ਹੋ ਗਈ ਸੀ। ਲਾਲੀ ਨੇ 9ਵੀਂ ਕਲਾਸ ਸ਼ੁਰੂ ਹੋਣ ਤੱਕ ਆਪਣੀ ਮਾਂ ਦੀ ਗੋਦ ਦਾ ਰੱਜ ਕੇ ਨਿੱਘ ਮਾਣਿਆ। ਉਸ ਦੀ ਮਾਂ ਸਾਰੀ ਰਾਤ ਉਸ ਦੀ ਰਜਾਈ ਹੀ ਠੀਕ ਕਰਦੀ ਰਹਿੰਦੀ ਸੀ। ਮਾਂ ਦਾ ਪਿਆਰ ਮਾਣਦਿਆਂ ਵੀ ਉਸ ਨੂੰ ਮਨਿੰਦਰ ਦੀ ਬਹੁਤ ਯਾਦ ਆਉਂਦੀ ਸੀ। ਲਾਲੀ ਦੀ ਮਾਂ ਵੀ ਬਹੁਤ ਸੋਹਣੀ ਤੇ ਗੋਰੇ ਚਿੱਟੇ ਰੰਗ ਦੀ ਸੀ ਅਤੇ ਉਸਦੇ ਨੈਣ ਨਕਸ਼ ਤਿੱਖੇ ਤੇ ਬਹੁਤ ਸੋਹਣੇ ਸਨ। ਬਸ ਤਰ੍ਹਾਂ ਦੀਆਂ ਦਵਾਈਆਂ ਖਾਣ ਨਾਲ ਉਸਦੇ ਜੋੜਾਂ ਵਿੱਚ ਥੋੜ੍ਹਾ ਦਰਦ ਰਹਿਣ ਲੱਗ ਪਿਆ ਸੀ। ਉਂਝ ਉਹ ਹਰ ਪੱਖ ਤੋਂ ਜਵਾਨ ਤੇ ਕੁੜੀਆਂ ਵਰਗੀ ਹੀ ਦਿਖਾਈ ਦਿੰਦੀ ਸੀ, ਕਿਉਂਕਿ ਉਹ ਪਿੱਛੋਂ ਵੀ ਚੰਗੇ ਤੇ ਰੱਜੇ ਪੁਰਜੇ ਘਰ ਦੀ ਸੀ ਤੇ ਬੇਫਿਕਰ ਸੀ ਅਤੇ ਅੱਗੋਂ ਵੀ ਸਰਦਾ ਪੁੱਜਦਾ ਘਰ ਮਿਲ ਗਿਆ ਸੀ। ਇੱਥੇ ਵੀ ਚੰਗਾ ਭੋਜਨ ਤੇ ਫਲ ਫਰੂਟ ਖਾਣ ਵਾਸਤੇ ਵਾਧੂ ਰਹਿੰਦਾ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਤੇ ਕੋਈ ਫਿਕਰ ਫਾਕਾ ਵੀ ਨਹੀਂ ਸੀ। ਵੈਸੇ ਵੀ ਸ਼ਾਦੀ ਤੋਂ ਦੂਜੇ ਸਾਲ ਹੀ ਲਾਲੀ ਦਾ ਜਨਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਉਸਦੇ ਕੋਈ ਹੋਰ ਬੱਚਾ ਨਹੀਂ ਹੋਇਆ ਸੀ। ਕਹਿੰਦੇ ਆ ਕਿ ਜ਼ਿਆਦਾ ਬੱਚੇ ਪੈਦਾ ਕਰਨ ਨਾਲ ਔਰਤ ਦੀ ਹੁਸਨ ਜਵਾਨੀ ਜਲਦੀ ਢਲ ਜਾਂਦੀ ਹੈ ਅਤੇ ਉਸਦੇ ਸਰੀਰ ਦੇ ਸਾਰੇ ਅੰਗ ਢਿੱਲੇ ਅਤੇ ਬੁੱਢੇ ਜਿਹੇ ਹੋ ਜਾਂਦੇ ਹਨ। ਸ਼ਾਇਦ ਉਸ ਦੀ ਸੁੰਦਰਤਾ ਦਾ ਇਹੋ ਹੀ ਰਾਜ ਸੀ। ਜਦੋਂ ਲਾਲੀ ਪੈਦਾ ਹੋਣ ਵਾਲੀ ਸੀ ਤਾਂ ਲਾਲੀ ਦੀ ਮਾਂ ਨੇ ਲਾਲ ਪੀਲੇ ਰੰਗ ਦੇ ਫਲ ਫਰੂਟ ਬਹੁਤ ਖਾਧੇ ਸੀ ਤੇ ਜੂਸ ਪੀਤਾ ਸੀ। ਲਾਲੀ ਦਾ 5ਵੀਂ ਦਾ ਰਿਜ਼ਲਟ ਆ ਗਿਆ ਸੀ ਅਤੇ ਉਹ ਪਹਿਲੇ ਨੰਬਰ ਤੇ ਆਈ ਸੀ।
ਇੱਕ ਦਿਨ ਉਹ ਆਪਣੇ ਪਾਪਾ ਨਾਲ ਜਾ ਕੇ 5ਵੀਂ ਦਾ ਸਰਟੀਫਿਕੇਟ ਲੈ ਆਈ ਸੀ। ਸਰਟੀਫਿਕੇਟ ਲੈਣ ਤੋਂ ਬਾਅਦ ਉਹ ਜੱਸੀ ਤੇ ਮਨਿੰਦਰ ਦੀ ਕਲਾਸ ਵਿੱਚ ਜਾ ਕੇ ਉਹਨਾਂ ਨੂੰ ਮਿਲ ਆਈ ਸੀ। ਮਨਿੰਦਰ ਨੂੰ ਦੇਖ ਕੇ ਉਹ ਵਿਆਕੁਲ ਜੀ ਹੋ ਗਈ ਸੀ ਅਤੇ ਉਸ ਦਾ ਮਨ ਮਨਜਿੰਦਰ ਨੂੰ ਜੱਫੀ ਪਾਉਣ ਨੂੰ ਕਰਦਾ ਸੀ, ਪਰ ਉਹ ਉਦਾਸ ਜਿਹੇ ਦਿਲ ਨਾਲ ਕਾਰ ਵਿੱਚ ਆ ਬੈਠੀ। ਉਸ ਨੂੰ ਜੱਸੀ ਨੇ 3 ਜਣਿਆਂ ਵਾਲੀ ਫੋਟੋ ਵੀ ਦੇ ਦਿੱਤੀ ਸੀ, ਕਿਉਂਕਿ ਲਾਲੀ ਨੇ ਰਾਤ ਹੀ ਜੱਸੀ ਨੂੰ ਫੋਨ ਕਰਕੇ ਕਹਿ ਦਿੱਤਾ ਸੀ ਕਿ ਮੈਂ ਕੱਲ੍ਹ ਨੂੰ ਸਰਟੀਫਿਕੇਟ ਲੈਣ ਆਵਾਂਗੀ ਤੇ ਤੂੰ ਆਪਣੀ ਫੋਟੋ ਲਈ ਆਉਣਾ, ਨਾਲੇ ਮਨਿੰਦਰ ਨੂੰ ਦੱਸਦੀ। ਲਾਲੀ ਨੂੰ ਸੇਤੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਦਾਖਲਾ ਮਿਲ ਗਿਆ ਸੀ। ਇਹ ਸੰਗਰੀਆ ਮੰਡੀ ਦਾ ਬਹੁਤ ਮਸ਼ਹੂਰ ਸਕੂਲ ਸੀ ਅਤੇ ਆਸ-ਪਾਸ ਦੇ ਪਿੰਡਾਂ ਦੇ ਬੱਚੇ ਇੱਥੇ ਪੜ੍ਹਦੇ ਸਨ। ਇਸ ਸਕੂਲ ਦਾ ਇੱਕ ਬੁਆਏ ਹੋਸਟਲ ਵੀ ਸੀ, ਜਿਸ ਵਿੱਚ ਕਾਲੀਆਂ ਪੀਲੀਆਂ ਵੰਗਾਂ, ਹਨੂੰਮਾਨਗੜ੍ਹ, ਜੈਤਸਰ ਅਤੇ ਵਿਜੇ ਨਗਰ ਤੱਕ ਦੇ ਬੱਚੇ ਇਸ ਹੋਟਲ ਵਿੱਚ ਰਹਿੰਦੇ ਸੀ। ਇਸ ਸਕੂਲ ਵਿੱਚ ਦਾਖਲਾ ਲੈਣਾ ਬਹੁਤ ਔਖਾ ਕੰਮ ਸੀ। ਲਾਲੀ ਨੂੰ ਤਾਂ ਦਾਖਲਾ ਮਿਲ ਹੀ ਜਾਣਾ ਸੀ, ਕਿਉਂਕਿ ਉਸ ਦੇ ਪਿਤਾ ਸ਼ਹਿਰ ਦੇ ਅਮੀਰ ਅਤੇ ਇਲਾਕੇ ਦੇ ਸਰਦੇ ਪੁੱਜਦੇ ਬੰਦੇ ਸੀ। ਸ਼ਹਿਰ ਵਿੱਚ ਉਹਨਾਂ ਦਾ ਪੂਰਾ ਬੋਲਬਾਲਾ ਸੀ। ਉਂਝ ਤਾਂ ਸ਼ਹਿਰ ਵਿੱਚ ਅਤੇ ਪੂਰੇ ਰਾਜਸਥਾਨ ਵਿੱਚ ਸਿੱਧੂ ਠੇਕੇਦਾਰਾਂ ਦੀ ਵੀ ਪੂਰੀ ਤੂਤੀ ਬੋਲਦੀ ਸੀ, ਪਰ ਸਰਦਾਰ ਅਜੈਬ ਸਿੰਘ ਬਰਾੜ ਨੇ ਲੋਕਾਂ ਦੇ ਦਿਲਾਂ ਵਿੱਚ ਅਲੱਗ ਤਰ੍ਹਾਂ ਦੀ ਆਪਣੀ ਇਮੇਜ ਬਣਾਈ ਸੀ। ਸਰਦਾਰ ਅਜੈਬ ਸਿੰਘ ਆਪ ਚੱਲ ਕੇ ਗਏ ਸਨ ਸੇਤੀਆ ਸਕੂਲ ਦੇ ਮਾਲਕ ਦੇ ਘਰ। ਸਕੂਲ ਦੇ ਪ੍ਰਿੰਸੀਪਲ ਨੂੰ ਚਾਅ ਚੜ੍ਹ ਗਿਆ ਸੀ ਕਿ ਸਰਦਾਰ ਬਰਾੜ ਦੀ ਕੁੜੀ ਸਾਡੇ ਸਕੂਲ ਵਿੱਚ ਪੜ੍ਹਨ ਆ ਰਹੀ ਆ, ਕਿਉਂਕਿ ਆਮ ਕਰਕੇ ਸ਼ਹਿਰ ਦੇ ਅਮੀਰ ਲੋਕਾਂ ਦੇ ਬੱਚੇ ਗੰਗਾ ਨਗਰ ਜਾਂ ਚੰਡੀਗੜ੍ਹ ਦੇ ਹੋਸਟਲਾਂ ਵਿੱਚ ਹੀ ਰਹਿੰਦੇ ਤੇ ਪੜ੍ਹਦੇ ਸਨ। ਅੱਜ ਲਾਲੀ ਮੂੰਗੀਆ ਹਰੇ ਰੰਗ ਦੀ ਯੂਨੀਫਾਰਮ ਪਾ ਕੇ ਇੱਕ ਰਿਕਸ਼ੇ ਉੱਤੇ ਚੜ੍ਹ ਕੇ ਸਕੂਲ ਆਈ ਸੀ। ਉਸ ਦੇ ਪਾਪਾ ਨੇ ਉਸ ਵਾਸਤੇ ਇੱਕ ਪੱਕਾ ਰਿਕਸ਼ਾ ਲਵਾ ਦਿੱਤਾ ਸੀ। 6ਵੀਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਨੇ ਕਲਾਸ ਵਿੱਚ ਆ ਕੇ ਵੈਲਕਮ ਸਪੀਚ ਦਿੱਤੀ ਸੀ। ਉਹ ਇਸ ਵਾਸਤੇ ਕਿ ਇਸ ਸਕੂਲ ਤੇ ਕਲਾਸ ਵਿੱਚ ਅੱਜ ਦੂਸਰੇ ਸਕੂਲਾਂ ਦੇ ਬੱਚੇ ਆਪਣੀ 6ਵੀਂ ਕਲਾਸ ਸ਼ੁਰੂ ਕਰ ਰਹੇ ਸਨ। ਇਹ ਸਕੂਲ ਦਾ ਅਸੂਲ ਸੀ। ਨਵੀਂ ਕਲਾਸ ਅਤੇ ਨਵਾਂ ਸਕੂਲ। ਸ਼ੁਰੂ ਵਿੱਚ ਲਾਲੀ ਦਾ ਇੱਥੇ ਦਿਲ ਨਹੀਂ ਲੱਗਿਆ ਸੀ, ਪਰ ਫਿਰ ਹੌਲੀ ਪੜ੍ਹਾਈ ਵਿੱਚ ਧਿਆਨ ਲੱਗਣ ਲੱਗ ਗਿਆ ਸੀ ਅਤੇ 1-2 ਬੱਚਿਆਂ ਨਾਲ ਜਾਣ ਪਛਾਣ ਵੀ ਹੋ ਗਈ ਸੀ। ਉਹ ਬੱਚੇ ਉਹਨਾਂ ਦੇ ਘਰ ਦੇ ਮਗਰਲੇ ਪਾਸੇ ਵਾਲੀ ਗਲੀ ਵਿੱਚ ਹੀ ਰਹਿੰਦੇ ਸਨ। ਲਾਲੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਭਾਵੇਂ ਉਹ ਚੁੱਪ ਰਹਿੰਦੀ ਸੀ, ਪਰ ਉਂਝ ਉਹ ਮਿਲਣਸਾਰ ਸੀ। ਦੁਪਹਿਰੇ ਰੋਟੀ ਖਾਣ ਵੇਲੇ ਕਈ ਕੁੜੀਆਂ ਆ ਕੇ ਉਸ ਦੇ ਕੋਲ ਬੈਠ ਜਾਂਦੀਆਂ ਸਨ। ਲਾਲੀ ਦੀ ਸੁੰਦਰਤਾ ਨੂੰ ਦੇਖ ਕੇ ਕਈ ਕੁੜੀਆਂ ਉਸ ਦੇ ਕੋਲ ਬੈਠਣ ਤੋਂ ਸ਼ਰਮਾਉਂਦੀਆਂ ਸਨ ਅਤੇ ਕਈ ਉਸ ਨੂੰ ਆਕੜ ਵਾਲੀ ਕੁੜੀ ਸਮਝਦੀਆਂ ਸਨ। ਉਹਨਾਂ ਦੇ ਦਿਲਾਂ ਵਿੱਚ ਵਹਿਮ ਸੀ ਕਿ ਸੋਹਣੇ ਤੇ ਅਮੀਰ ਲੋਕ ਘਮੰਡੀ ਹੁੰਦੇ ਹਨ, ਪਰ ਲਾਲੀ ਸਾਰੀਆਂ ਕੁੜੀਆਂ ਨੂੰ ਆਪ ਬੁਲਾ ਕੇ ਆਪਣੇ ਕੋਲ ਬਿਠਾ ਲੈਂਦੀ ਸੀ। ਜਦੋਂ ਉਹ ਆਪਣੀਆਂ ਸੁੰਦਰ ਅੱਖਾਂ ਨਾਲ ਕਿਸੇ ਵੱਲ ਦੇਖਦੀ ਸੀ ਤਾਂ ਕੋਈ ਵੀ ਉਸ ਨੂੰ ਇਨਕਾਰ ਨਹੀਂ ਕਰ ਸਕਦਾ ਸੀ। ਜਦੋਂ ਲਾਲੀ ਨੂੰ ਪਤਾ ਲੱਗਦਾ ਸੀ ਕਿ ਫਲਾਣੀ ਕੁੜੀ ਪਿੰਡ ਵਿੱਚ ਰਹਿੰਦੀ ਆ, ਤਾਂ ਉਹ ਆਪ ਜਾ ਕੇ ਉਸ ਨੂੰ ਬੁਲਾ ਲੈਂਦੀ ਸੀ। ਕਿਸੇ ਵੀ ਪਿੰਡ ਵਾਲੀ ਕੁੜੀ ਨੂੰ ਮਿਲ ਕੇ ਉਸ ਨੂੰ ਲੱਗਦਾ ਸੀ ਕਿ ਜਿਵੇਂ ਉਹ ਮਨਿੰਦਰ ਨੂੰ ਮਿਲ ਲਈ ਹੋਵੇ।
ਉਹ ਇਸੇ ਕਰਕੇ ਹੀ ਪਿੰਡਾਂ ਵਾਲੀਆਂ ਕੁੜੀਆਂ ਨਾਲ ਸਹੇਲੀ ਪਾ ਲੈਂਦੀ ਸੀ। ਉਹ 9ਵੀਂ 10ਵੀਂ ਕਲਾਸ ਵਾਲੀਆਂ ਕੁੜੀਆਂ ਨੂੰ ਵੀ ਬੁਲਾ ਲੈਂਦੀ ਸੀ। ਲਾਲੀ ਥੋੜ੍ਹੇ ਸਮੇਂ ਵਿੱਚ ਹੀ ਸਕੂਲ ਅੰਦਰ ਸਾਰਿਆਂ ਦੀ ਪਿਆਰੀ ਹੋ ਗਈ ਸੀ। ਕਈ ਘਮੰਡੀ ਜੀਆਂ ਕੁੜੀਆਂ ਉਸ ਨੂੰ ਨਹੀਂ ਬੁਲਾਉਂਦੀਆਂ ਸਨ, ਜੋ ਆਪਣੇ ਆਪ ਨੂੰ ਜ਼ਿਆਦਾ ਸੋਹਣਾ ਅਤੇ ਸਮਾਰਟ ਸਮਝਦੀਆਂ ਸਨ। ਸ਼ਹਿਰ ਵਾਲੀਆਂ ਕੁਝ ਕੁ ਕੁੜੀਆਂ ਨੂੰ ਇਹ ਪਸੰਦ ਨਹੀਂ ਸੀ ਕਿ ਉਹ ਪਿੰਡਾਂ ਵਾਲੀਆਂ ਕੁੜੀਆਂ ਨਾਲ ਜ਼ਿਆਦਾ ਬੋਲਚਾਲ ਕਿਉਂ ਕਰਦੀ ਹੈ। ਫਿਰ ਵੀ ਲਾਲੀ ਸਾਰੀਆਂ ਨੂੰ ਬੁਲਾਉਂਦੀ ਸੀ, ਪਰ ਉਹ ਹਮੇਸ਼ਾ ਸ਼ਾਂਤ ਚਿੱਤ ਰਹਿੰਦੀ ਸੀ। ਉਸ ਦੀ ਪਿਆਰ ਵਾਲੀ ਤੜਪ ਨੇ ਉਸ ਨੂੰ ਛੋਟੀ ਉਮਰੇ ਹੀ ਸਮਝਦਾਰ ਬਣਾ ਦਿੱਤਾ ਸੀ। ਸਟਾਫ ਸਮੇਤ ਸਾਰੇ ਸਕੂਲ ਵਿੱਚ ਉਸ ਦੀ ਇੱਕ ਵੱਖਰੀ ਜਿਹੀ ਪਹਿਚਾਣ ਬਣ ਗਈ ਸੀ। ਉਹ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੀ ਸੀ ਅਤੇ ਆਪਣੀ ਪੜ੍ਹਾਈ ਵੱਲ ਹੀ ਧਿਆਨ ਦਿੰਦੀ ਸੀ। ਪਿੰਡਾਂ ਵਾਲੀਆਂ ਕੁੜੀਆਂ ਜਦ ਆਪਣੇ ਘਰ ਜਾ ਕੇ ਦੱਸਦੀਆਂ ਸਨ ਕਿ ਬਰਾੜਾਂ ਦੀ ਕੁੜੀ ਲਾਲੀ ਉਹਨਾਂ ਦੀ ਸਹੇਲੀ ਹੈ, ਤਾਂ ਉਹਨਾਂ ਦੇ ਮਾਂ-ਬਾਪ ਦਾ ਮਾਣ ਦੇ ਨਾਲ ਸੀਨਾ ਹੋਰ ਚੌੜਾ ਹੋ ਜਾਂਦਾ ਸੀ। ਲਾਲੀ ਸਕੂਲ ਵਿੱਚ ਸਭ ਤੋਂ ਸੋਹਣੀ ਕੁੜੀ ਸੀ ਅਤੇ ਕੱਚੀ ਉਮਰ ਦੇ ਮੁੰਡਿਆਂ ਦਾ ਉਸ ਨੂੰ ਦੇਖ ਕੇ ਦਿਲ ਮਚਲਦਾ ਸੀ। ਹੁਣ ਉਹ 10ਵੀਂ ਕਲਾਸ ਵਿੱਚ ਹੋ ਗਈ ਸੀ, ਪਰ ਹਾਲੀ ਤੱਕ ਵੀ ਉਸ ਦੀ ਜਾਨ ਮਨਿੰਦਰ ਵਿੱਚ ਹੀ ਵਸਦੀ ਸੀ। ਹੁਣ ਉਸਨੇ 17ਵਾਂ ਸਾਲ ਪਾਰ ਕਰ ਲਿਆ ਸੀ ਅਤੇ ਉਹ ਭਰ ਜਵਾਨ ਹੋ ਗਈ ਸੀ। ਹੁਣ ਉਸਨੇ 17ਵਾਂ ਸਾਲ ਪਾਰ ਕਰ ਲਿਆ ਸੀ ਤੇ ਉਹ ਭਰਵੀਂ ਜਵਾਨ ਹੋ ਗਈ ਸੀ। 16-17 ਸਾਲ ਦੇ ਮੁੱਛ ਫੁੱਟ ਗੱਭਰੂਆਂ ਦੇ ਲਾਲੀ ਦੇ ਰਿਕਸ਼ੇ ਨੂੰ ਦੇਖ ਕੇ ਰਾਹ ਵਿੱਚ ਹੀ ਮੋਟਰਸਾਈਕਲ ਖਰਾਬ ਹੋ ਜਾਂਦੇ ਸਨ। ਲਾਲੀ ਦੀ ਉਡੀਕ ਅੰਦਰ ਰਸਤੇ ਵਿੱਚ ਕੋਈ ਹੀਰੋ ਹਾਂਡਾ ਲੈ ਕੇ ਖੜਾ ਹੁੰਦਾ ਸੀ, ਕੋਈ ਵੈਸਪਾ LML5 ਅਤੇ ਕੋਈ ਅਸਮਾਨੀ ਰੰਗ ਦਾ ਬਜਾਜ ਚੇਤਕ ਸਕੂਟਰ ਲੈ ਕੇ ਖੜਾ ਹੁੰਦਾ ਸੀ ਅਤੇ ਕਈਆਂ ਵਿਚਾਰਿਆਂ ਦੇ ਸਾਈਕਲਾਂ ਦੀਆਂ ਚੈਨਾਂ ਹੀ ਲੱਥ ਜਾਂਦੀਆਂ ਸਨ। ਉਹ ਲਾਲੀ ਦਾ ਮੂੰਹ ਦੇਖਣ ਵਾਸਤੇ ਬੈਠੇ ਬੈਠੇ ਸਾਈਕਲ ਦੀ ਚੈਨ ਉੱਤੇ ਖੁਰਕ ਕਰਦੇ ਰਹਿੰਦੇ ਸਨ। ਇਹ ਰੋਜ਼ ਦਾ ਕੰਮ ਸੀ ਅਤੇ ਲਾਲੀ ਨੂੰ ਦੇਖ ਕੇ ਮੁੰਡੇ ਅਸਿੱਧੇ ਤੌਰ ਤੇ ਕਈ ਤਰ੍ਹਾਂ ਦੇ ਵਿਅੰਗ ਵੀ ਕੱਸਦੇ ਸਨ, ਪਰ ਮਜਾਲ ਹੈ ਕਿ ਲਾਲੀ ਇੱਧਰ ਉੱਧਰ ਦੇਖ ਲਏ ਜਾਂ ਆਪਣੀ ਧੌਣ ਉਤਾਂਹ ਚੁੱਕ ਲਵੇ। ਪੰਜਾਬ ਵਿੱਚ ਦਿਨੋਂ ਦਿਨ ਹਾਲਾਤ ਖਰਾਬ ਹੋ ਰਹੇ ਸਨ ਅਤੇ ਖਾੜਕੂਆਂ ਦਾ ਬੋਲਬਾਲਾ ਵੱਧਦਾ ਜਾਂਦਾ ਸੀ ਅਤੇ ਉਹਨਾਂ ਦਾ ਅਸਰ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਉੱਤੇ ਵੀ ਪੈ ਰਿਹਾ ਸੀ। ਪੰਜਾਬ ਵਿੱਚ ਖਾੜਕੂਆਂ ਨੇ ਸਕੂਲਾਂ ਦੀਆਂ ਵਰਦੀਆਂ ਬਦਲ ਦਿੱਤੀਆਂ ਸਨ ਤੇ ਸਾਰੇ ਸਕੂਲਾਂ ਵਿੱਚ ਕੇਸਰੀ ਪੱਗਾਂ ਅਤੇ ਕੇਸਰੀ ਚੁੰਨੀਆਂ ਹੀ ਦਿਖਾਈ ਦਿੰਦੀਆਂ ਸਨ ਅਤੇ ਇਸ ਦਾ ਅਸਰ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਕੁਝ ਸ਼ਹਿਰਾਂ ਉੱਤੇ ਵੀ ਪਿਆ ਸੀ, ਜਿਵੇਂ ਮਟੀਲੀ ਮੰਡੀ, ਹਨੂੰਮਾਨਗੜ੍ਹ, ਸੰਗਰੀਆ ਮੰਡੀ, ਜੈਤਸਰ, ਵਿਜੇ ਨਗਰ ਅਤੇ ਇਹਨਾਂ ਸ਼ਹਿਰਾਂ ਦੇ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਵੀ। ਬਲਕਿ ਇਉਂ ਕਹਿ ਲਵੋ ਕਿ ਇਹਨਾਂ ਹਾਲਾਤਾਂ ਦਾ ਪੂਰੇ ਗੰਗਾ ਨਗਰ ਜ਼ਿਲ੍ਹੇ ਉੱਤੇ ਅਸਰ ਪਿਆ ਸੀ। ਇੱਧਰ ਦੇ ਸਾਰੇ ਸਕੂਲਾਂ ਵਿੱਚ ਵੀ ਬੱਚੇ ਕੇਸਰੀ ਪੱਟ ਕੇ ਪੱਗਾਂ ਤੇ ਚੁੰਨੀਆਂ ਲੈਣ ਲੱਗ ਗਏ ਸਨ। ਹੁਣ ਲਾਲੀ 10ਵੀਂ ਕਲਾਸ ਵਿੱਚ ਹੋ ਗਈ ਸੀ। ਜਦੋਂ ਲਾਲੀ ਕੇਸਰੀ ਰੰਗ ਦੀ ਚੁੰਨੀ ਲੈ ਕੇ ਸਕੂਲ ਆਉਂਦੀ ਸੀ ਤਾਂ ਉਸ ਦਾ ਸੰਧੂਰੀ ਰੰਗ ਕੇਸਰੀ ਦੁਪੱਟੇ ਵਿੱਚ ਦੀ ਚੌਂ ਚੌਂ ਕੇ ਪੈਂਦਾ ਸੀ। ਮੁੱਛ ਫੁੱਟ ਗੱਭਰੂ ਲਾਲੀ ਦੀ ਇਹ ਤੱਕਣੀ ਨੂੰ ਤਰਸਦੇ ਸਨ।
ਪਰ ਉਹ ਕਿਸੇ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖਦੀ ਸੀ। ਉਸ ਦੀ ਕਿਤਾਬ ਵਿੱਚ ਹਮੇਸ਼ਾ ਮਨਿੰਦਰ ਦੀ ਫੋਟੋ ਰਹਿੰਦੀ ਸੀ। ਉਹ ਬਹੁਤ ਉਦਾਸ ਹੋ ਜਾਂਦੀ ਸੀ। ਉਹ ਜਦੋਂ ਬਹੁਤ ਉਦਾਸ ਹੋ ਜਾਂਦੀ ਸੀ ਤਾਂ ਉਹ ਫੋਟੋ ਕੱਢ ਕੇ ਦੇਖ ਲੈਂਦੀ ਸੀ। ਰਾਤ ਨੂੰ ਸੌਣ ਲੱਗਿਆਂ ਉਹ ਮਨਿੰਦਰ ਦੀ ਫੋਟੋ ਦੇਖਣਾ ਕਦੇ ਵੀ ਨਹੀਂ ਭੁੱਲਦੀ ਸੀ। ਕਦੇ ਕਦੇ ਜਦੋਂ ਉਸ ਦਾ ਮਨ ਬਹੁਤ ਉਦਾਸ ਹੋ ਜਾਂਦਾ ਸੀ ਤਾਂ ਰਾਤ ਵੇਲੇ ਉਹ ਆਪਣੀ ਚਾਦਰ ਜਾਂ ਰਜਾਈ ਵਿੱਚ ਮੂੰਹ ਕਰਕੇ ਮਨਿੰਦਰ ਦੀ ਫੋਟੋ ਨੂੰ ਛਾਤੀ ਨਾਲ ਲਾ ਕੇ ਬਹੁਤ ਰੋਂਦੀ ਸੀ। ਸਕੂਲ ਵਿੱਚ 10ਵੀਂ 11ਵੀਂ ਤੇ 12ਵੀਂ ਵਾਲੀ ਮੁੰਡੀਰ ਮਤਲਬ ਬੱਚੇ ਸਕੂਲ ਵਿੱਚ 10ਵੀਂ 11ਵੀਂ ਤੇ 12ਵੀਂ ਵਾਲੀ ਮੁੰਡੀਰ ਲਾਲੀ ਦੇ ਪਿੱਛੇ ਪੁੱਛਾਂ ਚੁੱਕੀ ਫਿਰਦੀ ਸੀ, ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਕੋਈ ਲਾਲੀ ਨੂੰ ਅੱਗੇ ਹੋ ਕੇ ਬੁਲਾ ਲੇ। ਲਾਲੀ ਇਹਨਾਂ ਮੁੰਡਿਆਂ ਤੋਂ ਅੰਦਰੋਂ ਅੰਦਰੀ ਬਹੁਤ ਤੰਗ ਆ ਗਈ ਸੀ, ਪਰ ਲੜਾਈ ਦੇ ਡਰ ਤੋਂ ਉਹ ਸਕੂਲ ਜਾਂ ਘਰ ਵਿੱਚ ਕੁਝ ਦੱਸਦੀ ਨਹੀਂ ਸੀ। ਕੀ ਜੱਟਾਂ ਦੇ ਮੁੰਡੇ ਤੇ ਕੀ ਚੌਧਰੀਆਂ ਦੇ ਮੁੰਡੇ, ਉਹ ਭਾਵੇਂ ਸਕੂਲ ਦੇ ਸੀ ਤੇ ਭਾਵੇਂ ਸ਼ਹਿਰ ਦੇ ਸਨ, ਸਾਰੇ ਲਾਲੀ ਦੇ ਨਾਮ ਦੇ ਹੌਕੇ ਭਰਦੇ ਸਨ। 12ਵੀਂ ਕਲਾਸ ਦਾ ਅੱਧਾ ਸਾਲ ਬੀਤ ਗਿਆ ਸੀ, ਪਰ ਹਾਲੇ ਤੱਕ ਸਕੂਲ ਵਿੱਚ ਲਾਲੀ ਦਾ ਕਿਸੇ ਮੁੰਡੇ ਨਾਲ ਕੋਈ ਕਿੱਸਾ ਨਹੀਂ ਬਣਿਆ ਸੀ। ਇਸ ਗੱਲ ਤੋਂ ਸਕੂਲ ਦੇ ਫੁਕਰੇ ਜਿਹੇ ਮੁੰਡਿਆਂ ਦੀ ਛਾਤੀ ਉੱਤੇ ਸੱਪ ਲੇਟਦਾ ਸੀ ਕਿ ਹਾਲੇ ਤੱਕ ਕਿਸੇ ਨੇ ਇਸ ਦੇ ਰੂਪ ਦਾ ਰਸ ਕਿਉਂ ਨਹੀਂ ਚੂਸਿਆ। 6 ਮਹੀਨਿਆਂ ਨੂੰ ਤਾਂ ਕਲਾਸ ਪੂਰੀ ਹੋ ਜਾਣੀ ਹੈ ਤੇ ਲਾਲੀ ਨੇ ਸਕੂਲੋਂ ਹਟ ਜਾਣਾ। ਹਾਲੇ ਤੱਕ ਤਾਂ ਕਦੇ ਇਹ ਹੋਇਆ ਨਹੀਂ ਕਿ ਕੋਈ ਕੁੜੀ ਕਿਸੇ ਨਾ ਕਿਸੇ ਮੁੰਡੇ ਨਾਲ ਬਿਨਾਂ ਫਸੇ ਤੋਂ ਚਲੀ ਗਈ ਹੋਵੇ, ਕਿਸੇ ਦਾ ਕੋਈ ਕਿੱਸਾ ਨਾ ਬਣਿਆ ਹੋਵੇ, ਕਿਸੇ ਕੁੜੀ ਦੀ ਕਿਸੇ ਮੁੰਡੇ ਨੇ ਬਾਂਹ ਨਾ ਫੜੀ ਹੋਵੇ। ਇਹ ਅੱਜ ਤੱਕ ਕਦੀ ਹੋਇਆ ਨਹੀਂ ਗਾ ਸੇਤੀਆ ਸਕੂਲ ਦੇ ਵਿੱਚ। ਲਾਲੀ ਦੇ ਪਾਪਾ ਸਰਦਾਰ ਅਜੈਬ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਗੰਗਾ ਨਗਰ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਪ੍ਰਾਪਤ ਕੀਤੀ ਸੀ ਅਤੇ ਫਿਰ ਉਸਨੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਦਾਖਲਾ ਲੈ ਲਿਆ ਸੀ। ਲਾਇਲਪੁਰ ਖਾਲਸਾ ਕਾਲਜ ਵਿੱਚ ਹੀ ਉਸਦਾ ਇੱਕ ਪ੍ਰਨੀਤ ਨਾਮ ਦੀ ਕੁੜੀ ਨਾਲ ਪਿਆਰ ਹੋ ਗਿਆ ਸੀ। ਦੋਵਾਂ ਦਾ ਪਿਆਰ ਇੰਨਾ ਗੂੜਾ ਹੋ ਗਿਆ ਕਿ ਉਹਨਾਂ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਾਦੀ ਕਰ ਲਈ ਸੀ। ਪ੍ਰਨੀਤ ਬਹੁਤ ਸੋਹਣੀ ਲੜਕੀ ਸੀ। ਉਹ ਆਪਣੇ ਮਾਂ-ਬਾਪ ਦੀ ਲਾਡਲੀ ਧੀ ਸੀ ਅਤੇ 2 ਭਰਾਵਾਂ ਦੀ ਛੋਟੀ ਤੇ ਲਾਡਲੀ ਭੈਣ ਸੀ। ਉਸ ਦੀ ਖੁਸ਼ੀ ਵਿੱਚ ਹੀ ਸਾਰੇ ਪਰਿਵਾਰ ਦੀ ਖੁਸ਼ੀ ਸੀ। ਉਹ ਆਪਣੇ ਕਾਲਜ ਦੀ ਹੀਰੋਇਨ ਸੀ ਅਤੇ ਕਾਲਜ ਵਿੱਚ ਆਪਣਾ ਰੋਹਬ ਵੀ ਰੱਖਦੀ ਸੀ। ਅਜੈਬ ਸਿੰਘ ਨੂੰ ਉਸਨੇ ਆਪ ਹੀ ਪਸੰਦ ਕੀਤਾ ਸੀ ਅਤੇ ਆਪ ਹੀ ਪਿਆਰ ਦੀ ਪਹਿਲ ਕੀਤੀ ਸੀ। ਪ੍ਰਨੀਤ ਕਾਲਜ ਟਾਈਮ ਤੋਂ ਬਾਅਦ ਇੱਕ ਆਰੀਆ ਸਕੂਲ ਵਿੱਚ ਯੋਗਾ ਤੇ ਕਰਾਟੇ ਸਿੱਖਣ ਜਾਇਆ ਕਰਦੀ ਸੀ। ਉਸਨੇ ਕਰਾਟੇ ਵਧੀਆ ਸਿੱਖ ਲਈ ਸੀ। ਹਾਲੇ ਉਹ ਕਰਾਟੇ ਦੀਆਂ ਕਲਾਸਾਂ ਲੈ ਹੀ ਰਹੀ ਸੀ ਕਿ ਉਹਨਾਂ ਦਿਨਾਂ ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਆਪਣੇ ਆਪਣੇ ਪ੍ਰਦੇਸ਼ਾਂ ਦੀ ਉન્નਤੀ ਨੂੰ ਲੈ ਕੇ ਮੰਗਾਂ ਦਾ ਸੰਘਰਸ਼ ਚੱਲ ਰਿਹਾ ਸੀ। ਪਰ ਉਸ ਵੇਲੇ ਪੰਜਾਬ ਵਿੱਚ 2 ਮਸਲੇ ਭਖੇ ਹੋਏ ਸਨ। ਇੱਕ ਤਾਂ ਪੰਜਾਬ ਦੇ ਹੱਕਾਂ ਦੀ ਮੰਗ ਤੇ ਪੰਜਾਬ ਦੇ ਪਾਣੀ ਦੀ ਮੰਗ, ਅਤੇ ਦੂਜਾ ਦਿੱਲੀ ਸਰਕਾਰ ਪੰਜਾਬ ਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਸੀ। ਇਸ ਲਈ ਪੰਜਾਬ ਵਿੱਚ ਧਰਮ ਦਾ ਮਸਲਾ ਵੀ ਪੂਰਾ ਭਖਿਆ ਹੋਇਆ ਸੀ। ਸਿੱਖਾਂ ਨੂੰ ਆਰੀਆ ਸਮਾਜੀ ਤੇ ਪਾਦਰੀ ਲੋਕਾਂ ਨੇ ਦੋਵਾਂ ਪਾਸਿਆਂ ਤੋਂ ਘੇਰਿਆ ਹੋਇਆ ਸੀ। ਗਰੀਬੀ ਤੋਂ ਮਜਬੂਰ ਸਿੱਖ ਪਰਿਵਾਰਾਂ ਨੂੰ ਸਿੱਖ ਧਰਮ ਬਦਲਣ ਵਾਸਤੇ ਦੋਵਾਂ ਧਿਰਾਂ ਵੱਲੋਂ ਜ਼ੋਰ ਲਾਇਆ ਜਾ ਰਿਹਾ ਸੀ। ਗਰੀਬੀ ਤੇ ਭੁੱਖ ਦੇ ਮਾਰੇ ਕਈ ਸਿੱਖ ਪਰਿਵਾਰ
ਆਰੀਅਨ ਅਤੇ ਕ੍ਰਿਸਚਨ ਬਣ ਗਏ ਸਨ ਅਤੇ ਕਈ ਜ਼ਿਆਦਾ ਪੜ੍ਹੇ ਲਿਖੇ ਸਿੱਖ ਲੋਕ ਆਪਣੇ ਧਰਮ ਨੂੰ ਤਿਲਾਂਜਲੀ ਦੇ ਕੇ ਈਸਾਈ ਬਣ ਰਹੇ ਸਨ ਤੇ ਕੋਈ ਲਾਲਚ ਵਸ ਹੋ ਕੇ ਬਣ ਰਹੇ ਸਨ। ਆਰੀਅਨ ਤੇ ਈਸਾਈ ਬਣਨ ਵਾਸਤੇ ਦੋਵਾਂ ਧਿਰਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਜੋ ਵੀ ਕੋਈ ਈਸਾਈ ਜਾਂ ਆਰੀਅਨ ਬਣਨਾ ਚਾਹੁੰਦਾ ਹੈ ਉਹ ਪਹਿਲਾਂ ਆਪਣੇ ਕੇਸ ਕੱਟ ਕੇ ਸਾਨੂੰ ਦੇਵੇ। ਬਹੁਤ ਲੋਕਾਂ ਨੇ ਆਪਣੇ ਕੇਸ ਕਟਵਾ ਕੇ ਪਾਦਰੀਆਂ ਅਤੇ ਆਰੀਅਨਾਂ ਨੂੰ ਦੇ ਦਿੱਤੇ ਸਨ। ਸਿੱਖਾਂ ਨੂੰ ਜਲੀਲ ਕਰਨ ਵਾਸਤੇ ਆਰੀਅਨਾਂ ਨੇ ਉਹਨਾਂ ਦੇ ਕੇਸਾਂ ਦੇ ਰੱਸੇ ਵੱਟ ਕੇ ਬਾਜ਼ਾਰ ਵਿੱਚ ਵੇਚੇ ਸਨ। ਇਸ ਹਾਦਸੇ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। ਇਸ ਹਾਦਸੇ ਨਾਲ ਹੀ ਪ੍ਰਨੀਤ ਦਾ ਦਿਲ ਕੰਬ ਗਿਆ ਸੀ ਅਤੇ ਉਸਨੇ ਆਰੀਅਨਾਂ ਲੋਕਾਂ ਕੋਲੋਂ ਕਰਾਟੇ ਦੀਆਂ ਕਲਾਸਾਂ ਲੈਣੀਆਂ ਬੰਦ ਕਰ ਦਿੱਤੀਆਂ। ਉਹ ਜੋਸ਼ ਨਾਲ ਭਰ ਗਈ ਸੀ ਅਤੇ ਫਿਰ ਉਸਨੇ ਗੁਰਦੁਆਰਾ ਸਿੰਘ ਸਭਾ ਜਾ ਕੇ ਗੱਤਕੇ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਬਹੁਤ ਸੋਹਣਾ ਗੱਤਕਾ ਸਿੱਖ ਲਿਆ ਸੀ। ਉਸ ਦਾ ਅੰਮ੍ਰਿਤ ਛਕਣ ਨੂੰ ਦਿਲ ਕਰਦਾ ਸੀ, ਪਰ ਇਸ ਵਾਸਤੇ ਘਰਦਿਆਂ ਨੇ ਇਜਾਜ਼ਤ ਨਾ ਦਿੱਤੀ। ਪ੍ਰਨੀਤ ਬਹੁਤ ਸੋਹਣੇ ਸਰੀਰ ਦੀ ਸੀ। ਉਸ ਦਾ ਸਰੀਰ ਚੁਸਤ ਅਤੇ ਫੁਰਤੀਲਾ ਸੀ। ਕਾਲਜ ਖਤਮ ਹੁੰਦਿਆਂ ਹੀ ਪ੍ਰਨੀਤ ਅਤੇ ਅਜੈਬ ਸਿੰਘ ਆਪਣੇ ਆਪਣੇ ਘਰ ਚਲੇ ਗਏ ਅਤੇ ਸਾਲ ਦੇ ਵਿੱਚ ਹੀ ਘਰਦਿਆਂ ਦੀ ਰਜਾਮੰਦੀ ਨਾਲ ਦੋਵਾਂ ਦੀ ਸ਼ਾਦੀ ਹੋ ਗਈ। ਸ਼ਾਦੀ ਤੋਂ ਲੈ ਕੇ ਅੱਜ ਤੱਕ ਪ੍ਰਨੀਤ ਦੀ ਸੁੰਦਰਤਾ ਵਿੱਚ ਕੋਈ ਖਾਸ ਫਰਕ ਨਹੀਂ ਪਿਆ ਸੀ। ਅੱਜ ਵੀ ਉਹ ਪਹਿਲਾਂ ਜਿੰਨੀ ਸੋਹਣੀ ਤੇ ਜਵਾਨ ਲੱਗਦੀ ਸੀ। ਹੁਣ ਤਾਂ ਉਸ ਦੀ ਧੀ ਲਾਲੀ ਵੀ ਜਵਾਨ ਹੋ ਗਈ ਸੀ। ਕੋਈ ਵੀ ਅਣਜਾਣ ਬੰਦਾ ਮਾਵਾਂ ਧੀਆਂ ਨੂੰ ਦੇਖ ਕੇ ਸਕੀਆਂ ਭੈਣਾਂ ਹੀ ਸਮਝਦਾ ਸੀ। ਸੇਤੀਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਲਾਲੀ ਦਾ ਅਖੀਰਲਾ ਸਾਲ ਸੀ। ਹੁਣ ਉਹ 18-19 ਸਾਲ ਦੀ ਹੋ ਗਈ ਸੀ। ਉਸ ਦੀਆਂ ਮੋਟੀਆਂ-ਮੋਟੀਆਂ ਤੇ ਸੋਹਣੀਆਂ-ਸੋਹਣੀਆਂ ਅੱਖਾਂ ਵਿੱਚੋਂ ਵੀ ਜਵਾਨੀ ਦਾ ਨੂਰ ਡੁੱਲਦਾ ਸੀ। ਨੌਜਵਾਨ ਕੁੜੀਆਂ ਅਤੇ ਮੁੰਡਿਆਂ ਵਿੱਚ ਉਸ ਦੇ ਹੁਸਨ ਦੀਆਂ ਬਾਤਾਂ ਪੈਣ ਲੱਗ ਗਈਆਂ ਸਨ। ਸ਼ਹਿਰ ਦੇ ਬਾਜ਼ਾਰ ਵਿਚਲੀਆਂ ਦੁਕਾਨਾਂ ਉੱਤੇ ਵੀ ਦਬਵੀਂ ਜੀ ਜ਼ੁਬਾਨ ਨਾਲ ਲੋਕ ਉਸ ਦੇ ਹੁਸਨ ਦੀਆਂ ਗੱਲਾਂ ਕਰਨ ਲੱਗ ਗਏ ਸੀ। ਲਾਲੀ ਨਾਮ ਦੀ ਸੁਨਹਿਰੀ ਮੋਹਰ ਸਰਕਾਰੀ ਕਾਗਜ਼ਾਂ ਉੱਤੇ ਲੱਗੀ ਪੱਕੀ ਮੋਹਰ ਵਾਂਗ ਲੋਕਾਂ ਦੇ ਦਿਲਾਂ ਉੱਤੇ ਛਪ ਗਈ ਸੀ। ਸ਼ਹਿਰ ਦੇ ਬਾਣੀਏ ਤੇ ਬਾਣੀਆਂ ਦੇ ਮੁੰਡੇ ਆਪਣੇ ਦਿਲਾਂ ਨਾਲ ਸਲਾਹਾਂ ਕਰਦੇ ਸਨ ਕਿ ਕਿਹੜੇ ਕਿਸਮਤ ਵਾਲੇ ਜਵਾਨ ਦੀ ਕਿਸਮਤ ਵਿੱਚ ਲਿਖੀ ਹੈ ਇਹ, ਕਿਹੜੇ ਜਵਾਨ ਦੀ ਕਿਸਮਤ ਵਿੱਚ ਲਿਖੀ ਹੈ ਇਹ ਹੂਰ ਪਰੀ। ਕੋਈ ਭਾਗਾਂ ਵਾਲਾ ਹੀ ਹੋਣਾ ਜਿਸ ਦੇ ਹਿੱਸੇ ਵਿੱਚ ਲਾਲੀ ਆਵੇਗੀ। ਪਰ ਦੁਨੀਆ ਦੇ ਲੋਕ ਕੀ ਜਾਣਨ ਕਿ ਲਾਲੀ ਨੇ ਤਾਂ ਪਹਿਲਾਂ ਹੀ ਮਨਿੰਦਰ ਦੇ ਨਾਮ ਦੀ ਮੋਹਰ ਆਪਣੇ ਦਿਲ ਉੱਤੇ ਲਾ ਰੱਖੀ ਆ। ਲਾਲੀ ਦਾ ਸਾਲ ਖਤਮ ਹੋਣ ਵਾਲਾ ਸੀ। ਅਜੇ ਤੱਕ ਸਕੂਲ ਦਾ ਕੋਈ ਮੁੰਡਾ ਲਾਲੀ ਦੇ ਦਿਲ ਦਾ ਰਾਜਾ ਨਹੀਂ ਬਣਿਆ ਸੀ। ਸਾਰੇ ਮੁੰਡੇ ਇੱਕ ਦੂਜੇ ਨੂੰ ਹੱਲਾਸ਼ੇਰੀ ਦੇ ਰਹੇ ਸਨ ਲਾਲੀ ਦੇ ਨੇੜੇ ਹੋਣ ਦੀ, ਪਰ ਖੁਦ ਕਿਸੇ ਦੀ ਵੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਲਾਲੀ ਨੂੰ ਬੁਲਾ ਲੈਣ। ਬਸ ਇੱਕ ਦੂਜੇ ਨੂੰ ਕਹੀ ਜਾਂਦੇ ਸਨ, ਜਾ ਫੜ ਲੈ ਹੱਥ ਹੁਣ, ਐ ਤੈਨੂੰ ਮੂੰਹ ਵਿੱਚ ਥੋੜਾ ਹੀ ਪਾ ਜੂਗੀ। ਇਸੇ ਦੌਰਾਨ ਹੀ ਇੱਕ ਚੌਧਰੀਆਂ ਦਾ ਮੁੰਡਾ ਸੀ ਜੋ ਇਸੇ ਸ਼ਹਿਰ ਦੇ ਰਹਿਣ ਵਾਲਾ ਸੀ, ਸੰਗਰੀਏ ਦੇ ਹੀ ਰਹਿਣ ਵਾਲਾ ਸੀ।
ਉਹਨਾਂ ਦਾ ਸ਼ਹਿਰ ਵਿੱਚ ਕਾਰੋਬਾਰ ਵੀ ਚੰਗਾ ਸੀ। ਉਂਝ ਵੀ ਉਹ ਚੱਕਵਾਂ ਬਹੁਤ ਸੀ। ਉਹ ਸਕੂਲ ਦੀ ਹਰ ਇੱਕ ਕੁੜੀ ਨਾਲ ਛੇੜਛਾੜ ਕਰਦਾ ਸੀ ਤੇ ਮਜ਼ਾਕ ਕਰਦਾ ਰਹਿੰਦਾ ਸੀ। ਸਕੂਲ ਦੀ ਕੋਈ ਵੀ ਕੁੜੀ ਉਸ ਦੀਆਂ ਸ਼ਰਾਰਤਾਂ ਤੋਂ ਬਚੀ ਨਹੀਂ ਸੀ ਅਤੇ ਕਈਆਂ ਨੂੰ ਉਸਨੇ ਆਪਣੇ ਜਾਲ ਵਿੱਚ ਵੀ ਫਸਾਇਆ ਹੋਇਆ ਸੀ। ਪਰ ਲਾਲੀ ਦੇ ਕੋਲ ਜਾਣ ਤੋਂ ਉਹਦੀ ਵੀ ਅੱਜ ਤੱਕ ਹਿੰਮਤ ਨਹੀਂ ਪਈ ਸੀ, ਕਿਉਂਕਿ ਸ਼ਹਿਰ ਵਿੱਚ ਅਤੇ ਪੂਰੇ ਇਲਾਕੇ ਵਿੱਚ ਲਾਲੀ ਦੇ ਪਿਤਾ ਦਾ ਦਬਦਬਾ ਸੀ। ਨਾਲੇ ਸਿੱਧੂ ਠੇਕੇਦਾਰਾਂ ਨਾਲ ਵੀ ਉਸਦੀ ਚੰਗੀ ਬਣਦੀ ਸੀ। ਸੰਗਰੀਆ ਮੰਡੀ ਅਤੇ ਪੂਰਾ ਰਾਜਸਥਾਨ ਦੋਵੇਂ ਸਰਦਾਰਾਂ ਨੇ ਰਲ ਕੇ ਘੇਰਿਆ ਹੋਇਆ ਸੀ। ਠੇਕੇਦਾਰਾਂ ਦੇ ਮੁੰਡਿਆਂ ਨੇ ਤਾਂ ਸ਼ਹਿਰ ਦੇ ਕਈ ਬੰਦੇ ਖੜਕਾਏ ਵੀ ਬਹੁਤ ਸਹੀ। ਇਹ ਵੇਦ ਪ੍ਰਕਾਸ਼ ਨਾਮ ਦਾ ਮੁੰਡਾ ਫੁਕਰਾ ਜਿਹਾ ਬਹੁਤ ਸੀਗਾ। ਇੱਕ ਦਿਨ ਇਸਨੇ ਮੁੰਡਿਆਂ ਦੀ ਚੁੱਕ ਵਿੱਚ ਆ ਕੇ ਦੁਪਹਿਰੇ ਵੇਲੇ ਲੰਚ ਟਾਈਮ ਤੇ ਪਿੱਛੋਂ ਦੀ ਹੋ ਕੇ ਲਾਲੀ ਦੀ ਚੁੰਨੀ ਫੜ ਲਈ। ਪਰ ਲਾਲੀ ਨੇ ਝਟਕਾ ਮਾਰ ਕੇ ਆਪਣੀ ਚੁੰਨੀ ਛੁਡਾ ਲਈ। ਅੱਗੋਂ ਕੁਝ ਨਾ ਕਿਹਾ ਅਤੇ ਚੁੱਪ ਕਰਕੇ ਖਾਣਾ ਖਾਣ ਬੈਠ ਗਈ। ਜਦ ਲਾਲੀ ਨੇ ਕੁਝ ਨਾ ਕਿਹਾ ਤਾਂ ਵੇਦ ਦੀ ਹਿੰਮਤ ਵੱਧ ਗਈ ਹੋਰ ਸ਼ਰਾਰਤ ਕਰਨ ਦੀ। ਮੁੰਡਿਆਂ ਨੇ ਵੀ ਹੱਲਾਸ਼ੇਰੀ ਦੇ ਦਿੱਤੀ ਕਿ ਯਾਰ ਆਪਾਂ ਤਾਂ ਐਵੇਂ ਹੀ ਐਨੇ ਸਾਲ ਡਰਦੇ ਰਹੇ, ਇਹ ਤਾਂ ਕੁਝ ਨਹੀਂ ਕਹਿੰਦੀ। ਦੂਜੇ ਦਿਨ ਫੇਰ ਉਸੇ ਟਾਈਮ ਉੱਤੇ ਵੇਦ ਨੇ ਸ਼ਰਾਰਤ ਨਾਲ ਆਪਣੇ ਲਾਲ ਰੰਗ ਦੇ ਹੀਰੋ ਹਾਂਡੇ ਦਾ ਪਹੀਆ ਲਾਲੀ ਦੇ ਪੈਰਾਂ ਉੱਤੇ ਚੜਾ ਦਿੱਤਾ। ਲਾਲੀ ਦੇ ਪੈਰ ਉੱਤੇ ਚੜਾ ਦਿੱਤਾ, ਜਿਸ ਨਾਲ ਲਾਲੀ ਦੇ ਪੈਰ ਦੀਆਂ ਉਂਗਲਾਂ ਛਿੱਲੀਆਂ ਗਈਆਂ ਤੇ ਦਰਦ ਦੀ ਮਾਰੀ ਲਾਲੀ ਉੱਥੇ ਹੀ ਬੈਠ ਗਈ। ਵੇਦ ਆਪਣਾ ਮੋਟਰਸਾਈਕਲ ਖੜਾ ਕਰਕੇ ਲਾਲੀ ਦਾ ਪੈਰ ਠੀਕ ਕਰਨ ਦੇ ਬਹਾਨੇ ਲਾਲੀ ਨੂੰ ਹੱਥ ਲਾਉਣ ਵਾਸਤੇ ਜਦ ਲਾਲੀ ਨੂੰ ਫੜਨ ਲੱਗਾ ਤਾਂ ਲਾਲੀ ਨੇ ਉਸ ਨੂੰ ਇੰਨੇ ਜ਼ੋਰ ਦੀ ਧੱਕਾ ਮਾਰਿਆ ਕਿ ਉਹ ਪੁੱਠਾ ਹੋ ਕੇ ਧਰਤੀ ਉੱਤੇ ਡਿੱਗ ਪਿਆ ਤੇ ਮਿੱਟੀ ਨਾਲ ਉਸ ਦਾ ਮੂੰਹ ਲਿਬੜ ਗਿਆ। ਅੱਜ ਉਸਨੇ ਪਹਿਲੀ ਵਾਰ ਕਿਸੇ ਜੱਟੀ ਦਾ ਜ਼ੋਰ ਦੇਖਿਆ ਸੀ। ਉਸ ਨੂੰ ਗੁੱਸਾ ਤਾਂ ਬਹੁਤ ਆਇਆ, ਪਰ ਸ਼ਰਮ ਦਾ ਮਾਰਿਆ ਕੱਪੜੇ ਝਾੜਦਾ ਹੋਇਆ ਕਿਧਰੇ ਗਾਇਬ ਹੋ ਗਿਆ। ਲਾਲੀ ਆਪਣਾ ਪੈਰ ਫੜ ਕੇ ਬੈਠ ਗਈ ਤੇ ਰੋਣ ਲੱਗ ਪਈ। ਕਈਆਂ ਕੁੜੀਆਂ ਨੇ ਆ ਕੇ ਲਾਲੀ ਨੂੰ ਘੇਰ ਲਿਆ ਤੇ ਲਾਲੀ ਨੂੰ ਪਾਣੀ ਪਿਆਇਆ। ਉਸ ਦੇ ਜ਼ਖਮ ਨੂੰ ਠੰਡੇ ਪਾਣੀ ਨਾਲ ਧੋ ਦਿੱਤਾ। ਲਾਲੀ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚੋਂ ਮੋਟੇ ਹੰਝੂ ਵਗ ਰਹੇ ਸਨ। ਜਿਹੜੇ ਸ਼ਰਾਰਤੀ ਮੁੰਡੇ ਸਨ ਉਹ ਤਾਂ ਉੱਥੋਂ ਪੱਤਰੇ ਵਾਚ ਗਏ ਤੇ ਦੂਜੇ ਮੁੰਡੇ ਬੈਠੇ ਰਹੇ। ਸਾਰਿਆਂ ਨੂੰ ਇਸ ਤਰ੍ਹਾਂ ਲੱਗਿਆ ਕਿ ਲਾਲੀ ਨੂੰ ਬਹੁਤ ਦਰਦ ਹੋ ਰਿਹਾ ਹੈ, ਉਹ ਇਸ ਕਰਕੇ ਰੋ ਰਹੀ ਹੈ। ਸਾਰੇ ਉਸ ਨੂੰ ਚੁੱਪ ਕਰਾਉਣ ਲੱਗੇ ਸਨ, ਪਰ ਲਾਲੀ ਦਰਦ ਕਰਕੇ ਨਹੀਂ ਰੋ ਰਹੀ ਸੀ। ਉਹ ਤਾਂ ਮਨਿੰਦਰ ਨੂੰ ਯਾਦ ਕਰਕੇ ਰੋ ਰਹੀ ਸੀ। ਉਹ ਸੋਚ ਰਹੀ ਸੀ ਕਿ ਜੇ ਅੱਜ ਮਨਿੰਦਰ ਹੁੰਦਾ ਤਾਂ ਉਸਨੇ ਕੰਧਾਂ ਨਾਲ ਮਾਰ ਕੇ ਇਸ ਮੁੰਡੇ ਦਾ ਸਿਰ ਪਾੜ ਦੇਣਾ ਸੀ। ਉਸ ਨੂੰ ਯਾਦ ਆਇਆ ਕਿ ਮਨਿੰਦਰ ਨੇ ਕਿਵੇਂ ਇੱਟ ਨਾਲ ਸੰਤੋਖ ਦਾ ਮੱਥਾ ਪਾੜ ਦਿੱਤਾ ਸੀ। ਸੁੱਖ ਨਾਲ ਹੁਣ ਤਾਂ ਮਨਿੰਦਰ ਵੀ ਜਵਾਨ ਹੋ ਗਿਆ ਹੋਣਾ, ਉਹ ਵੀ ਮੇਰੇ ਵਾਂਗ ਜਸ਼ੀਲਾ ਗੱਭਰੂ ਹੋ ਗਿਆ ਹੋਊਗਾ। ਜੇ ਹੁਣ ਮਨਿੰਦਰ ਹੁੰਦਾ ਤਾਂ ਉਸਨੇ ਤਾਂ ਇਸ ਨੂੰ ਮਾਰ ਹੀ ਦੇਣਾ ਸੀ। ਲਾਲੀ ਨਾਲੇ ਰੋਈ ਜਾਂਦੀ ਸੀ ਤੇ ਨਾਲੇ ਉਸਦੇ ਅੰਦਰਲੀ ਪੰਜਾਬੀ ਜੱਟੀ ਜੋਸ਼ ਨਾਲ ਅੱਗ ਬਬੂਲਾ ਹੋਈ ਜਾਂਦੀ ਸੀ। ਕੁੜੀਆਂ ਨੇ ਕੱਪੜੇ ਦੀ ਇੱਕ ਲੀਰ ਪਾਣੀ ਨਾਲ ਗਿੱਲੀ ਕਰਕੇ ਲਾਲੀ ਦੇ ਪੈਰ ਉੱਤੇ ਬੰਨ੍ਹ ਦਿੱਤੀ। ਸਾਰੀਆਂ ਕੁੜੀਆਂ ਹੀ ਲਾਲੀ ਨੂੰ ਬਹੁਤ ਪਿਆਰ ਕਰਦੀਆਂ ਸਨ ਅਤੇ ਲਾਲੀ ਨੇ ਆਪਣੇ ਨਿੱਘੇ ਸੁਭਾਅ ਨਾਲ ਸਭ ਦਾ ਮਨ ਜਿੱਤਿਆ ਹੋਇਆ ਸੀ।
ਪਰ ਲਾਲੀ ਦਾ ਅੱਜ ਵਾਲਾ ਰੂਪ ਦੇਖ ਕੇ ਸਭ ਹੈਰਾਨ ਸਨ। ਸਾਰੇ ਜਣੇ ਆਪਣੀਆਂ ਆਪਣੀਆਂ ਕਲਾਸਾਂ ਨੂੰ ਚਲੇ ਗਏ। ਕੁਝ ਕੁੜੀਆਂ ਲਾਲੀ ਨੂੰ ਬਾਹੋਂ ਫੜ ਕੇ ਕਲਾਸ ਵਿੱਚ ਲੈ ਗਈਆਂ ਸਨ। ਜਦੋਂ ਸਕੂਲ ਦੇ ਦਫ਼ਤਰ ਵਿੱਚ ਪਤਾ ਲੱਗਿਆ ਤਾਂ ਦਫ਼ਤਰ ਵਾਲਿਆਂ ਨੇ ਕੁਝ ਮੁੰਡਿਆਂ ਨੂੰ ਕਹਿ ਕੇ ਵੇਦ ਨੂੰ ਇੱਧਰ ਉੱਧਰ ਲੱਭਿਆ, ਪਰ ਉਹ ਨਾ ਮਿਲਿਆ। ਸਕੂਲ ਦੀ ਪੂਰੀ ਛੁੱਟੀ ਵੇਲੇ ਲਾਲੀ ਥੋੜਾ ਲੰਗੜਾ ਕੇ ਚੱਲ ਰਹੀ ਸੀ, ਪਰ ਦਰਦ ਇੰਨਾ ਜ਼ਿਆਦਾ ਨਹੀਂ ਸੀ। ਉਹ ਆਪਣੇ ਆਪ ਹੀ ਚੱਲ ਕੇ ਰਿਕਸ਼ੇ ਕੋਲ ਗਈ ਸੀ। ਜਦ ਲਾਲੀ ਘਰ ਗਈ ਤਾਂ ਉਸਦੀ ਮਾਂ ਨੇ ਪੁੱਛਿਆ ਕੀ ਹੋਇਆ, ਤਾਂ ਲਾਲੀ ਨੇ ਕਿਹਾ ਕੁਝ ਨਹੀਂ, ਪੈਰ ਤੇ ਠੁੱਡਾ ਵੱਜ ਗਿਆ। ਪਰ ਗੁਆਂਢੀਆਂ ਦੀ ਕੁੜੀ ਨੇ ਦੱਸ ਦਿੱਤਾ, ਆਂਟੀ, ਚੌਧਰੀਆਂ ਦੇ ਵੇਦੇ ਨੇ ਲਾਲੀ ਦੇ ਪੈਰ ਉੱਤੇ ਮੋਟਰਸਾਈਕਲ ਦਾ ਪਹੀਆ ਚੜਾ ਦਿੱਤਾ ਸੀ। ਇਸ ਦੇ ਪੈਰ ਵਿੱਚੋਂ ਖੂਨ ਨਿਕਲਿਆ ਸੀ ਅਤੇ ਨਾਲੇ ਲਾਲੀ ਉੱਥੇ ਬੈਠ ਕੇ ਬਹੁਤ ਰੋਈ ਸੀ। ਇਹ ਸੁਣ ਕੇ ਲਾਲੀ ਦੀ ਮਾਂ ਨੇ ਲਾਲੀ ਨੂੰ ਬਿਠਾ ਕੇ ਪਾਣੀ ਪਿਆਇਆ ਅਤੇ ਉਸ ਦਾ ਬੈਗ ਅੰਦਰ ਰੱਖ ਕੇ ਉਹ ਲਾਲੀ ਨੂੰ ਆਪਣੇ ਸਕੂਟਰ ਦੇ ਮਗਰ ਬਿਠਾ ਕੇ ਚੌਧਰੀਆਂ ਦੇ ਘਰ ਪਹੁੰਚ ਗਈ। ਉਹਨਾਂ ਦਿਨਾਂ ਵਿੱਚ ਵੈਸਪਾ LML ਸਕੂਟਰ ਦਾ ਚਿੱਟੇ ਰੰਗ ਵਿੱਚ LML 5 ਨਵਾਂ ਮਾਡਲ ਆਇਆ ਸੀ, ਜੋ ਲਾਲੀ ਦੀ ਮਾਂ ਪ੍ਰਨੀਤ ਨੇ ਹੁਣੇ ਖਰੀਦਿਆ ਸੀ। ਚੌਧਰੀਆਂ ਦੇ ਘਰ ਜਾਂਦਿਆਂ ਹੀ ਵੇਦੇ ਦੀ ਮਾਂ ਨੂੰ ਪੁੱਛਿਆ ਕਿ ਵੇਦਾ ਕਿੱਥੇ ਹੈ। ਉਸਨੇ ਕਿਹਾ ਕਿ ਅੰਦਰ ਬੈਠਾ ਹੈ। ਉਸਨੇ ਸੋਚਿਆ ਹੋਣਾ ਸ਼ਾਇਦ ਕੋਈ ਸਕੂਲ ਦਾ ਕੰਮ ਹੋਣਾ। ਪ੍ਰਨੀਤ ਨੇ ਅੰਦਰ ਜਾਂਦਿਆਂ ਹੀ ਵੇਦੇ ਨੂੰ ਗਲਾਵੇਂ ਤੋਂ ਫੜਿਆ ਅਤੇ 2-3 ਥੱਪੜ ਉਸਦੇ ਮੂੰਹ ਤੇ ਜੜ ਦਿੱਤੇ। ਵੇਦੇ ਨੇ ਬਿਨਾਂ ਚੂੰ ਚਾਂ ਕੀਤਿਆਂ ਥੱਪੜ ਬਰਦਾਸ਼ਤ ਕਰ ਲਈ ਸੀ, ਕਿਉਂਕਿ ਉਸਨੂੰ ਪਤਾ ਸੀ ਕਿ ਉਸਦੀ ਗਲਤੀ ਹੈ। ਪਰ ਜਦੋਂ ਲਾਲੀ ਦੀ ਮਾਂ ਨੇ ਵੇਦੇ ਦੇ ਦੋਵੇਂ ਹੱਥ ਫੜ ਕੇ ਵੇਦੇ ਦੀਆਂ ਪੈਰ ਦੀਆਂ ਉਂਗਲਾਂ ਆਪਣੇ ਪੈਰ ਮਾਰ ਕੇ ਭੰਨ ਦਿੱਤੀਆਂ ਤਾਂ ਇਹ ਵੇਦੇ ਕੋਲੋਂ ਬਰਦਾਸ਼ਤ ਨਾ ਹੋਇਆ ਤੇ ਉਹ ਚੀਕਾਂ ਮਾਰਨ ਲੱਗ ਪਿਆ। ਅੰਦਰ ਚੀਕ ਚੰਗਿਆੜਾ ਸੁਣ ਕੇ ਵੇਦੇ ਦੀ ਮਾਂ ਭੱਜੀ ਆਈ ਅਤੇ ਅੱਗੋਂ ਵੇਦਾ ਮੰਜੀ ਉੱਤੇ ਬੈਠਾ ਚੀਕਾਂ ਮਾਰ ਰਿਹਾ ਸੀ। ਉਸਦੀ ਮਾਂ ਨੇ ਪੁੱਛਿਆ, ਭੈਣ ਜੀ ਕੀ ਬਾਤ ਹੋ ਗਈ, ਇਹ ਛੋਰਾ ਕਿਉਂ ਰੋ ਰਿਹਾ? ਪ੍ਰਨੀਤ ਨੇ ਕਿਹਾ, ਭੈਣ ਜੀ ਤੁਸੀਂ ਆਪ ਹੀ ਪੁੱਛ ਲਵੋ। ਵੇਦੇ ਦੀ ਮਾਂ ਨੇ ਪੁੱਛਿਆ, ਇਹ ਛੋਰੇ ਕੀ ਬਾਤ ਹੋ ਗਈ? ਵੇਦਾ ਮੰਜੀ ਉੱਤੇ ਬੈਠਾ ਇਕੱਠਾ ਹੋਈ ਜਾਂਦਾ ਸੀ ਤੇ ਨਾਲੇ ਰੋਂਦਾ ਕਹੀ ਜਾਂਦਾ ਸੀ, ਮਾਂ ਮਾਰੇ ਸੇ ਗਲਤੀ ਹੋ ਗਈ, ਮਾਂ ਮਾਰੇ ਸੇ ਗਲਤੀ ਹੋ ਗਈ। ਉਸਦੀ ਮਾਂ ਕਹਿੰਦੀ, ਤੂੰ ਬਤਾਤਾ ਕਿਉਂ ਨਹੀਂ, ਰੋ ਕਿਉਂ ਰਿਹਾ? ਪ੍ਰਨੀਤ ਨੇ ਕਿਹਾ, ਭੈਣ ਜੀ ਮੈਂ ਦੱਸਦੀ ਹਾਂ, ਇਸਨੇ ਗੰਦੀ ਸ਼ਰਾਰਤ ਕਰਕੇ ਲਾਲੀ ਦੇ ਪੈਰ ਉੱਤੇ ਮੋਟਰਸਾਈਕਲ ਚੜਾ ਦਿੱਤਾ ਤੇ ਉਸ ਦਾ ਪੈਰ ਜ਼ਖਮੀ ਕਰ ਦਿੱਤਾ ਤੇ ਨਾਲੇ ਉਸ ਉੱਤੇ ਗੰਦੀ ਨਜ਼ਰ ਰੱਖਦਾ ਹੈ। ਇੰਨੀ ਗੱਲ ਸੁਣਦਿਆਂ ਹੀ ਉਸਦੀ ਮਾਂ ਨੇ ਵੇਦੇ ਨੂੰ ਧੌਣੋਂ ਫੜ ਕੇ ਖੜਾ ਕਰ ਲਿਆ ਤੇ 2 ਘਸੁੰਨ ਮਾਰੇ ਅਤੇ ਫਿਰ ਧੱਕਾ ਦੇ ਕੇ ਸੁੱਟ ਦਿੱਤਾ। ਵੇਦੇ ਦਾ ਡਿੱਗਦੇ ਹੋਏ ਦਾ ਮੱਥਾ ਦਰਵਾਜ਼ੇ ਤੇ ਤਖਤਿਆਂ ਨਾਲ ਜਾ ਵੱਜਿਆ ਤੇ ਖੂਨ ਨਿਕਲਣ ਲੱਗ ਗਿਆ। ਫੇਰ ਉਹ ਉੱਠ ਕੇ ਮੰਜੀ ਉੱਤੇ ਬੈਠ ਗਿਆ। ਲਾਲੀ ਬਾਹਰ ਵਿਹੜੇ ਵਿੱਚ ਖੜੀ ਸੀ। ਵੇਦੇ ਦੀ ਮਾਂ ਲਾਲੀ ਦੀ ਮਾਂ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਭੈਣ ਜੀ ਇਸ ਗੱਲ ਨੂੰ ਇੱਥੇ ਹੀ ਦਬਾ ਦਿਓ, ਬੰਦਿਆਂ ਵਿੱਚ ਨਾ ਆਉਣ ਦਿਓ, ਨਹੀਂ ਤਾਂ ਵੇਦੇ ਦਾ ਬਾਪੂ ਵੇਦੇ ਨੂੰ ਕੁੱਟ ਕੇ ਮਾਰ ਦੇਵੇਗਾ। ਸਾਡੇ ਖਾਨਦਾਨ ਦਾ ਤੁਹਾਡੇ ਖਾਨਦਾਨ ਨਾਲ ਕਿੰਨਾ ਪਿਆਰ ਹੈ,
ਅਤੇ ਚਿਰਾਂ ਤੋਂ ਸਾਡਾ ਮਿਲਵਰਤਨ ਤੁਰਿਆ ਆਉਂਦਾ ਹੈ। ਸਾਡੇ ਦੁਸ਼ਮਣ ਬਹੁਤ ਹਨ ਅਤੇ ਇਹ ਗੱਲ ਸੁਣ ਕੇ ਲੋਕ ਆਪਣੀ ਲੜਾਈ ਕਰਵਾ ਦੇਣਗੇ। ਲਾਲੀ ਦੀ ਮਾਂ ਨੇ ਆਖਿਆ, ਨਹੀਂ ਭੈਣ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਇਹ ਗੱਲ ਸਾਡੇ ਵਿੱਚ ਹੀ ਰਹੇਗੀ। ਤੁਸੀਂ ਤੇ ਮੈਂ ਇਸ ਨੂੰ ਸਮਝਾ ਦਿੱਤਾ ਹੈ ਤੇ ਹੁਣ ਇਹ ਸਿਆਣਾ ਹੋਏਗਾ ਤਾਂ ਅੱਗੋਂ ਆਪਣੇ ਆਪ ਸਮਝ ਜਾਏਗਾ। ਇਹ ਕਹਿ ਕੇ ਲਾਲੀ ਦੀ ਮਾਂ ਨੇ ਵੇਦੇ ਦੇ ਮੱਥੇ ਵਿੱਚ ਵਗਦਾ ਖੂਨ ਕੱਪੜੇ ਨਾਲ ਪੂੰਝ ਦਿੱਤਾ। ਇਹ ਕਹਿ ਕੇ ਲਾਲੀ ਦੀ ਮਾਂ ਨੇ ਵੇਦੇ ਦੇ ਮੱਥੇ ਵਿੱਚ ਵਗਦਾ ਖੂਨ ਕੱਪੜੇ ਨਾਲ ਪੂੰਝ ਦਿੱਤਾ ਸੀ ਅਤੇ ਵੇਦੇ ਦੀ ਮਾਂ ਨੇ ਬਾਹਰੋਂ ਪਾਣੀ ਲਿਆ ਕੇ ਉਸ ਦਾ ਜ਼ਖਮ ਧੋ ਦਿੱਤਾ ਸੀ। ਇਹ ਦੇਖ ਕੇ ਵੇਦੇ ਦਾ ਰੋਣ ਨਿਕਲ ਗਿਆ ਤੇ ਉਸਨੇ ਪ੍ਰਨੀਤ ਦਾ ਹੱਥ ਫੜ ਕੇ ਆਖਿਆ, ਚਾਚੀ ਮੈਨੂੰ ਮਾਫ ਕਰ ਦੇ, ਮੇਰੇ ਕੋਲ ਗਲਤੀ ਹੋ ਗਈ। ਕੁਝ ਦੇਰ ਬੈਠ ਕੇ ਲਾਲੀ ਦੀ ਮਾਂ ਜਾਣ ਵਾਸਤੇ ਤਿਆਰ ਹੋਈ ਤਾਂ ਤੁਰਨ ਲੱਗਿਆ ਫੇਰ ਵੇਦੇ ਦੀ ਮਾਂ ਨੇ ਲਾਲੀ ਦੀ ਮਾਂ ਨੂੰ ਕਿਹਾ, ਦੇਖੋ ਭੈਣ ਜੀ, ਅਸੀਂ ਭੈਣ ਭਰਾਵਾਂ ਵਾਂਗ ਰਹਿੰਦੇ ਹਾਂ, ਤੁਸੀਂ ਕੋਈ ਗੁੱਸਾ ਮਨ ਵਿੱਚ ਲੈ ਕੇ ਨਾ ਜਾਇਓ। ਲਾਲੀ ਦੀ ਮਾਂ ਨੇ ਵੇਦੇ ਦੀ ਮਾਂ ਦਾ ਮੋਢਾ ਥਪਥਪਾਇਆ ਅਤੇ ਪਿਆਰ ਨਾਲ ਕਿਹਾ, ਨਹੀਂ ਭੈਣ ਜੀ, ਤੁਸੀਂ ਫਿਕਰ ਨਾ ਕਰੋ। ਲਾਲੀ ਬਾਹਰ ਵਿਹੜੇ ਵਿੱਚ ਇੱਕ ਮੰਜੇ ਉੱਤੇ ਬੈਠੀ ਸੀ। ਪ੍ਰਨੀਤ ਲਾਲੀ ਨੂੰ ਡਾਕਟਰ ਕੋਲ ਲੈ ਗਈ ਤੇ ਲਾਲੀ ਦੇ ਪੱਟੀ ਕਰਵਾ ਕੇ ਘਰ ਲੈ ਆਈ। ਉਧਰ ਵੇਦੇ ਦੀ ਮਾਂ ਨੇ ਡਾਕਟਰ ਨੂੰ ਘਰੇ ਬੁਲਾ ਕੇ ਉਸ ਦੇ ਮੱਥੇ ਉੱਤੇ ਪੱਟੀ ਕਰਵਾ ਦਿੱਤੀ ਅਤੇ ਉਸ ਦੇ ਪੈਰ ਉੱਤੇ ਫਟਕੜੀ ਦੇ ਨਿੱਘੇ ਜਿਹੇ ਪਾਣੀ ਨਾਲ ਟਕੋਰ ਕਰ ਦਿੱਤੀ। ਨਾਲੇ ਸਮਝਾ ਦਿੱਤਾ ਸੀ ਕਿ ਅੱਗੇ ਤੋਂ ਐਸੀ ਗਲਤੀ ਨਾ ਕਰੇ। ਸਰਦਾਰ ਜੀ ਬਹੁਤ ਭਲੇ ਬੰਦੇ ਹਨ ਅਤੇ ਆਪਣਾ ਇਹਨਾਂ ਨਾਲ ਮਿਲਵਰਤਨ ਵੀ ਚੰਗਾ ਹੈ। ਜਦੋਂ ਸ਼ਾਮ ਨੂੰ ਵੇਦੇ ਦਾ ਬਾਪੂ ਘਰ ਆਇਆ ਤਾਂ ਉਸਨੇ ਦੇਖਿਆ ਕਿ ਵੇਦਾ ਮੰਜੀ ਉੱਤੇ ਲੰਮਾ ਪਿਆ। ਉਸਨੇ ਪੁੱਛਿਆ ਕਿ ਵੇਦੇ ਨੂੰ ਕੀ ਹੋਇਆ ਤਾਂ ਉਸਦੀ ਮਾਂ ਨੇ ਕਿਹਾ, ਮੋਟਰਸਾਈਕਲ ਤੋਂ ਡਿੱਗ ਪਿਆ। ਇਸ ਕਰਕੇ ਇਸ ਤਰੀਕੇ ਨਾਲ ਗੱਲ ਦੱਬੀ ਗਈ। ਦੂਜੇ ਦਿਨ ਵੇਦੇ ਦੀ ਮਾਂ ਆਪਣੀ ਪੈਂਥਰ ਮੋਬੜ ਲੈ ਕੇ ਆਪ ਹੀ ਚਲੀ ਗਈ ਸੀ। ਦੂਜੇ ਦਿਨ ਵੇਦੇ ਦੀ ਮਾਂ ਆਪਣੀ ਪੈਂਥਰ ਮੋਪੜ ਲੈ ਕੇ ਆਪ ਹੀ ਚਲੀ ਗਈ ਸੀ ਅਤੇ ਸਕੂਲ ਦੇ ਪ੍ਰਿੰਸੀਪਲ ਤੋਂ ਵੇਦੇ ਦੀ ਕਰਤੂਤ ਦੀ ਮਾਫੀ ਮੰਗੀ ਤੇ ਨਾਲੇ ਦੱਸ ਆਈ ਸੀ ਕਿ ਅਸੀਂ ਰਾਤ ਉਸ ਨਾਲ ਬਹੁਤ ਕੁੱਤੇਖਾਣੀ ਕੀਤੀ ਹੈ ਅਤੇ ਹੁਣ ਉਹ ਮੰਜੀ ਵਿੱਚ ਪਿਆ ਅਤੇ 2 ਦਿਨ ਸਕੂਲ ਨਹੀਂ ਆ ਸਕਦਾ। ਪ੍ਰਿੰਸੀਪਲ ਨੇ ਕਿਹਾ, ਚੰਗਾ ਕੀਤਾ ਭੈਣ ਜੀ ਜੋ ਤੁਸੀਂ ਆ ਗਏ ਹੋ, ਨਹੀਂ ਤਾਂ ਅੱਜ ਦੁਪਹਿਰਾਂ ਵੇਲੇ ਮੈਂ ਤੁਹਾਡੇ ਘਰ ਬੰਦਾ ਭੇਜਣਾ ਸੀ। ਉਸ ਨੂੰ ਤੁਸੀਂ ਆਪ ਹੀ ਸਜ਼ਾ ਦੇ ਕੇ ਚੰਗਾ ਕੰਮ ਕੀਤਾ। ਜਿਹੜੀ ਗੱਲ ਤੋਂ ਡਰਦੀ ਵੇਦੇ ਦੀ ਮਾਂ ਆਪ ਚੱਲ ਕੇ ਸਕੂਲ ਗਈ ਸੀ, ਉਹੋ ਹੀ ਗੱਲ ਹੋਣ ਲੱਗੀ ਸੀ। ਹੁਣ ਵੇਦੇ ਦੀ ਮਾਂ ਦਾ ਡਰ ਖਤਮ ਹੋ ਗਿਆ ਸੀ ਕਿ ਹੁਣ ਬੰਦਿਆਂ ਤੱਕ ਗੱਲ ਨਹੀਂ ਜਾਏਗੀ। ਲਾਲੀ ਤਾਂ ਦੂਜੇ ਦਿਨ ਹੀ ਸਕੂਲ ਚਲੀ ਗਈ ਸੀ, ਪਰ ਵੇਦਾ 3-4 ਦਿਨ ਸਕੂਲ ਨਹੀਂ ਆਇਆ ਸੀ। ਸੋ ਦੋਸਤੋ, ਇਹ ਸੀ ਮੇਰੇ ਲਿਖੇ ਪੰਜਾਬੀ ਨਾਵਲ ਇਹਨਾਂ ਨਾ ਰਵਾਇਆ ਕਰਦਾ 5ਵਾਂ ਭਾਗ। ਸੋ ਇਸ ਤੋਂ ਅੱਗੇ ਦੀ ਕਹਾਣੀ ਅਸੀਂ ਅਗਲੇ ਭਾਗ ਵਿੱਚ ਸੁਣਾਂਗੇ। ਸਤਿ ਸ੍ਰੀ ਅਕਾਲ।